So, everyone, I personally want whatever I am teaching, listen carefully. Do not overthink or overreact. Whatever the module I'm teaching you, guys, kindly concentrate on that module. If I'm teaching you writing, then whole concentrate on writing. Do not think about any other module. Whenever I finished writing, I'm going to talk about reading, then think about only reading. Whenever I'm on writing task 1, think only writing task 1. Because that ਇਹ ਨਾ ਹੋਵੇ ਕਿ ਮੈਂ ਰਾਈਟਿੰਗ ਪੜ੍ਹਾ ਰਿਹਾ ਹੋਵਾਂ, ਤੁਹਾਡਾ ਦਿਮਾਗ ਰੀਡਿੰਗ ਤੇ ਹੋਵੇ, ਮੈਂ ਰੀਡਿੰਗ ਪੜ੍ਹਾ ਰਿਹਾ ਹੋਵਾਂ, ਤੁਹਾਡਾ ਦਿਮਾਗ ਲਿਸਨਿੰਗ ਤੇ ਹੋਵੇ, ਮੈਂ ਲਿਸਨਿੰਗ ਪੜ੍ਹਾ ਰਿਹਾ ਹੋਵਾਂ, ਤੁਹਾਡਾ ਦਿਮਾਗ ਸਪੀਕਿੰਗ ਤੇ ਹੋਵੇ, ਮੈਂ ਸਪੀਕਿੰਗ ਪੜ੍ਹਾ ਰਿਹਾ ਹੋਵਾਂ, ਤੁਸੀਂ ਫਿਰ ਮਤਲਬ ਬਸ। ਕਿਉਂਕਿ ਕਈ ਵਾਰ ਨਾ ਬੱਚਾ ਪੇਪਰ ਦੇਣ ਤੋਂ ਪਹਿਲਾਂ ਨਾ ਐਂ ਕਰੀ ਜਾਂਦਾ ਵੀ ਆ ਵੀ ਹੋ ਗਿਆ, ਆ ਵੀ ਹੋ ਗਿਆ, ਆ ਵੀ ਹੋ ਗਿਆ, ਆ ਵੀ ਹੋ ਗਿਆ, ਹੈ ਨਾ। ਜਦੋਂ ਪੇਪਰ ਦੇ ਕੇ ਆਉਂਦਾ ਨਾ, ਫਿਰ ਆਉਂਦੇ ਹੈਗੇ 4.5, ਫਿਰ ਉਹ ਪੁੱਛਦੇ ਵੀ ਆ ਕੀ ਹੋ ਗਿਆ, ਹੈ ਨਾ, ਆ ਕੀ ਹੋ ਗਿਆ। ਇਹ ਓਵਰਥਿੰਕ ਦੀ ਨਿਸ਼ਾਨੀ ਹੈ। ਹਰ ਰੋਜ਼ ਨਵੇਂ ਤੋਂ ਨਵੇਂ ਬੱਚਿਆਂ ਨੂੰ ਮਿਲਦਾ, ਪੜ੍ਹਾਉਣਾ, ਅਤੇ ਲਾਸਟ 'ਤੇ ਆ ਕੇ ਇੱਕ ਚੀਜ਼ ਫੀਲ ਕਰਨਾ, ਇੰਨੇ ਰੇਜ਼ ਹੈਂਡ ਦੇ ਮੈਂ ਕਿਸ ਗੱਲ ਨਹੀਂ ਕਰਨੀ ਕਿਸੇ ਨਾਲ, ਸਾਰੇ ਡਾਊਨ ਕਰ ਲਓ। ਯੂ ਆਲ ਆਰ ਨਾਟ ਸਪੋਜ਼ ਟੂ ਰੇਜ਼ ਯੂਰ ਹੈਂਡ। ਨੋ, ਜੇ ਮੇਰੇ ਕੋਲ ਪੜ੍ਹਨਾ ਹੈਗਾ, ਬਸ ਚੁੱਪ ਚਪੀਤੇ ਮੇਰੀਆਂ ਗੱਲਾਂ ਸੁਣੋ, ਪੇਪਰ ਕਲੀਅਰ ਕਰਾ ਦੂੰਗਾ ਮੈਂ, ਦੈਟਸ ਇਟ। ਇਹ ਚੀਜ਼ਾਂ ਮੈਨੂੰ ਨਾ ਪਤਾ ਕੀ ਹੁੰਦਾ, ਡਿਸਟਰੈਕਟ ਕਰਦੀਆਂ ਨੇ। ਮੈਂ ਜੋ ਪੜ੍ਹਾਉਣਾ ਹੈਗਾ ਮੈਂ ਉਹ 'ਤੇ ਕੰਸਨਟਰੇਟ ਨਹੀਂ ਕਰ ਪਾਊਂਗਾ। ਸੋ ਆਈ ਡੂ ਰਿਕੁਐਸਟ, ਜਿਹਦਾ ਰੇਜ਼ ਹੈਂਡ ਹੈ ਉਹ ਡਾਊਨ ਕਰ ਲਓ ਪਲੀਜ਼, ਠੀਕ ਹੈ। ਸਭ ਤੋਂ ਮੇਨ ਚੀਜ਼ ਹੁੰਦੀ ਹੈ ਸਾਈਕੋ। ਜੇ ਤੁਹਾਡੀ ਸਾਈਕੋ ਇਹ ਬਣ ਗਈ ਨਾ ਕਿ ਰੀਡਿੰਗ ਬੋਰਿੰਗ ਹੈ ਜਾਂ ਟਫ ਹੈ, ਉਹ ਤੁਹਾਡੀ ਸਾਈਕੋ ਬਣ ਗਈ। ਕਿਸੇ ਬੰਦੇ ਨੇ ਤੁਹਾਨੂੰ ਇਹ ਕਹਿਤਾ ਨਾ ਵੀ ਨਾ ਨਾ ਯੂਕੇ ਨਾ ਵਗ ਜੀ, ਉੱਥੇ ਨਹੀਂ PR ਹੁੰਦੀ, ਬਸ ਉਹ ਤੁਹਾਡੀ ਸਾਈਕੋ ਬਣ ਗਈ। ਉਹ ਬੰਦਾ ਚਾਹੇ ਆਪ ਕਿਤੇ ਨਾ ਗਿਆ ਹੋਵੇ, ਉਹ ਤੁਹਾਡਾ ਮਾਈਂਡ ਡਾਇਵਰਟ ਕਰ ਦੇਗਾ। ਇੱਕ ਛੋਟਾ ਜਿਹਾ ਬੱਚਾ ਸੀਗਾ, ਬਾਰ-ਬਾਰ ਜਿੱਦ ਕਰਦਾ ਸੀ ਕਮਰੇ 'ਚ ਜਾਣ ਦੀ। ਛੋਟਾ ਜਿਹਾ ਬੱਚਾ ਸੀਗਾ, ਵਿਨੇ ਵਰਗਾ, ਗੋਲ ਮਟੋਲ ਜਿਹਾ, ਬਾਰ-ਬਾਰ ਜਿੱਦ ਕਰਦਾ ਸੀਗਾ ਮੈਂ ਉਹ ਕਮਰੇ 'ਚ ਜਾਣਾ, ਉਹ ਕਮਰੇ 'ਚ ਜਾਣਾ। ਉਹਦੇ ਪੈਰੈਂਟਸ ਉਹ ਤੋਂ ਅੱਕ ਗਏ, ਉਹਨਾਂ ਨੇ ਡਰਾਤਾ। 5 ਸਾਲ ਦਾ ਬੱਚਾ ਸੀ, ਡਰਾਤਾ। ਕਹਿੰਦੇ ਬੇਟੇ ਉਹ ਕਮਰੇ 'ਚ ਨਾ ਜਾਈਂ, ਉੱਥੇ ਬਾਊ ਰਹਿੰਦਾ। ਅਕਸਰ ਆਪਣੇ ਘਰਾਂ 'ਚ ਆ ਗੱਲ ਸੁਣਨ ਨੂੰ ਮਿਲਦੀ ਹੈ ਨਾ, ਬੇਟੇ ਉਹ ਕਮਰੇ 'ਚ ਨਾ ਜਾਈਂ, ਉੱਥੇ ਕੀ ਰਹਿੰਦਾ, ਬਾਊ ਰਹਿੰਦਾ, ਬਾਊ। ਬੱਚੇ ਦੇ ਦਿਮਾਗ 'ਚੋਂ ਗੱਲ ਬੈਠ ਗਈ। ਲਓ ਜੀ, ਬੱਚਾ ਬਾਹਰਲੇ ਦੇਸ਼ ਚਲ ਗਿਆ, 15 ਸਾਲ ਬਾਅਦ ਆਇਆ, ਬੱਚੇ ਦੀ ਉਮਰ ਹੋ ਗਈ 20 ਸਾਲ ਟੋਟਲ। ਉਹਦਾ ਫਾਦਰ ਉਹਨੂੰ ਕਹਿੰਦਾ ਉਸੇ ਵਿਹੜੇ 'ਚ ਬਹਿ ਕੇ, ਕਹਿੰਦਾ ਐਂ ਕਰ ਪੁੱਤ, ਉਹ ਸਮਾਨ ਚੱਕ ਕੇ ਲੈ ਕੇ ਆਓ, ਕਮਰੇ 'ਚ ਪਿਆ। ਕਹਿੰਦਾ ਨਾ ਨਾ ਬੋਲੇ ਹੋ ਗਏ। ਕਹਿੰਦਾ ਕਿਉਂ? ਕਹਿੰਦਾ ਉੱਥੇ ਤਾਂ ਬਾਊ ਰਹਿੰਦਾ ਹੈ। ਉਹ ਕਹਿੰਦਾ ਤੂੰ ਕਿੱਡਾ ਵੱਡਾ ਹੋ ਗਿਆ? ਕਹਿੰਦਾ ਜੇ ਮੈਂ ਵੱਡਾ ਹੋ ਗਿਆ, ਬਾਊ ਵੀ ਤਾਂ ਵੱਡਾ ਹੋ ਗਿਆ, ਮੈਂ ਨਹੀਂ ਜਾਂਦਾ, ਬਾਊ ਕੁੱਟੂਗਾ। ਕਹਿਣ ਦਾ ਮਤਲਬ ਕੀ ਸੀਗਾ, ਉਹ ਬੱਚੇ ਦੇ ਦਿਮਾਗ ਨੇ ਉਹ ਚੀਜ਼ ਨੂੰ ਐਕਸੈਪਟ ਕਰ ਲਿਆ। ਮੇਰਾ ਇੱਕ ਵੀ ਸਟੂਡੈਂਟ ਆਪਣੇ ਮਾਈਂਡ 'ਚ ਇਹ ਚੀਜ਼ ਐਕਸੈਪਟ ਨਾ ਕਰੇ ਕਿ ਆਇਲਸ ਟਫ ਹੈ। ਆਇਲਸ ਟਫ ਨਹੀਂ ਹੈਗੀ। ਮੈਂ ਪੜ੍ਹਾਊਂਗਾ, ਤੁਸੀਂ ਮੇਰੇ 'ਤੇ ਬਿਲੀਵ ਰੱਖੋ, ਇਸ ਤੋਂ ਬਿਨਾਂ ਕੁਛ ਨਹੀਂ ਹੈਗਾ। ਤੁਸੀਂ ਮੈਨੂੰ ਡਿਸਟਰੈਕਟ ਨਾ ਕਰਿਓ, ਮੈਨੂੰ ਪੜ੍ਹਾਉਣ ਦਿਓ, ਮੇਰਾ ਕੰਸਨਟਰੇਟ ਤੁਹਾਨੂੰ ਪੜ੍ਹਾਉਣ 'ਤੇ ਲੱਗੇ, ਮੇਰੀ ਐਨਰਜੀ ਉੱਥੇ ਲੱਗੇ, ਤੁਹਾਨੂੰ ਫੀਲ ਦੇਖਿਓ ਪੇਪਰ ਕਰੈਕ ਹੁੰਦਾ ਹੈਗਾ। ਸ਼ੁਰੂ ਕਰਦੇ ਹਾਂ ਕਲਾਸ, ਕੋਈ ਸਮਾਂ ਖਰਾਬ ਨਹੀਂ ਕਰਦੇ ਆਪਾਂ, ਬਿਲਕੁਲ ਵੀ ਕੰਟੀਨਿਊ ਮੋਡਿਊਲ ਕਰਾਂਗੇ। ਅਤੇ ਸਭ ਤੋਂ ਪਹਿਲਾਂ ਇੱਕ ਚੀਜ਼ ਹੋਰ ਦੇਖੋ, ਅੱਜ ਆਪਾਂ ਕੀ ਕਰਾਂਗੇ, ਰਾਈਟਿੰਗ ਟਾਸਕ 2 ਕਰਾਂਗੇ, ਉਸ ਤੋਂ ਬਾਅਦ ਕਰਾਂਗੇ ਆਪਾਂ ਰੀਡਿੰਗ, ਉਸ ਤੋਂ ਬਾਅਦ ਆਪਾਂ ਕਰਾਂਗੇ ਸਪੀਕਿੰਗ, ਉਸ ਤੋਂ ਬਾਅਦ ਅੱਜ ਕਰਾਂਗੇ ਆਪਾਂ ਲਿਸਨਿੰਗ ਵੀ ਕਰਾਂਗੇ ਆਪਾਂ। ਤਾਂ ਮੈਂ ਬੇਨਤੀ ਕਰਦਾ ਕਿ ਮੈਨੂੰ ਜ਼ੋਰ ਲਾਉਣ ਦਿਓ ਤੁਹਾਡੇ 'ਤੇ ਪੜ੍ਹਾਉਣ ਦਾ। ਤੁਸੀਂ ਮੈਨੂੰ ਪੇ ਕਰਦੇ ਹੋ, ਮੈਂ ਤੁਹਾਨੂੰ ਬਰਾਬਰ ਮੁੱਲ ਮੋੜੂੰਗਾ। ਬਸ ਸ਼ੁਰੂ ਕਰਦੇ ਹਾਂ ਕਲਾਸ। ਅਤੇ ਕਿਸੇ ਨੂੰ ਵੀ ਨਹੀਂ ਪਤਾ ਕਿ ਅੱਜ ਮੈਂ ਟੌਪਿਕ ਕੀ ਪੜ੍ਹਾਉਣ ਲੱਗਿਆ। ਸੇਮ ਚੀਜ਼ ਜਦੋਂ ਤੁਸੀਂ ਪੇਪਰ 'ਚ ਬੈਠੋਗੇ, ਕਿਸੇ ਨੂੰ ਨਹੀਂ ਪਤਾ ਹੋਊਗਾ ਵੀ ਟੌਪਿਕ ਕੀ ਆਊਗਾ। ਹਾਲੇ ਤੱਕ ਤੁਹਾਡੀ ਕਿਸੇ ਦੀ ਇਮੈਜੀਨੇਸ਼ਨ ਹੀ ਨਹੀਂ ਹੈਗੀ ਮੈਂ ਟੌਪਿਕ 'ਚ ਕੀ ਲੈ ਕੇ ਆਇਆ। ਨਾ ਤੁਸੀਂ ਗਵਰਨਮੈਂਟ ਬਾਰੇ ਸੋਚ ਰਹੇ, ਨਾ ਫੈਸ਼ਨ ਬਾਰੇ, ਨਾ ਕੁਛ ਬਾਰੇ। ਜਦੋਂ ਟੌਪਿਕ ਆ ਗਿਆ ਨਾ, ਆਟੋਮੈਟਿਕਲੀ ਆਈਡੀਆਜ਼, ਮਾਈਂਡ ਸਾਰਾ ਉਸ ਤਰਫ ਡਾਇਵਰਟ ਹੋ ਜਾਏਗਾ, ਉਸ ਤਰਫ ਚੱਲ ਜਾਏ। ਨਹੀਂ ਯਕੀਨ ਹੁੰਦਾ ਮੈਂ ਕਰਕੇ ਦਿਖਾ ਦੇਣਾ। ਦੇਖੋ ਹਾਲੇ ਤੱਕ ਕਿਸੇ ਨੂੰ ਕੋਈ ਆਈਡੀਆ ਨਹੀਂ ਹੈਗਾ ਵੀ ਟੌਪਿਕ ਕੀ ਹੋਏਗਾ। ਪੇਪਰ 'ਚ ਸੇਮ ਸਿਚੁਏਸ਼ਨ ਹੋਏਗੀ। ਜਦੋਂ ਮੈਂ ਹੁਣ ਆਈਡੀਆ, ਦੇਖੋ ਮੈਂ ਇੱਕ ਕਲਿੱਕ ਕਰੂੰਗਾ, ਲਾਈਕ ਆਈ ਐਮ ਗੋਇੰਗ ਟੂ ਓਪਨ। ਲਓ ਜੀ, ਧਿਆਨ ਨਾਲ ਦੇਖੋ। Many countries import food material from other countries. What are the advantages and disadvantages of this? ਇੱਕ ਹੁੰਦਾ import, ਇੱਕ ਹੁੰਦਾ export। import ਹੋ ਗਿਆ ਮੰਗਵਾਉਣਾ,
इंपोर्ट हो गया मंगवाना, एक्सपोर्ट हो गया भेजना, इंपोर्ट हो गया मंगवाना, एक्सपोर्ट हो गया भेजना। बहुत सारियां कंट्रीज ने ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਬਾਹਰੋਂ ਫੂਡ ਮੰਗਵਾਉਂਦੀਆਂ ਨੇ, ਬਾਹਰੋਂ ਮੰਗਵਾਉਂਦੀਆਂ ਨੇ। ਇਹਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ? ਐਡਵਾਂਟੇਜ ਐਂਡ ਡਿਸਐਡਵਾਂਟੇਜ। ਐਂਡ ਆ ਗਿਆ ਨਾ, ਇੱਕ ਪੈਰੇ 'ਚ ਕੀ ਹੋਊਗਾ? ਐਡਵਾਂਟੇਜ, ਇੱਕ ਪੈਰੇ 'ਚ ਕੀ ਹੋਊਗਾ? ਡਿਸਐਡਵਾਂਟੇਜ। ਇੰਟਰੋਡਕਸ਼ਨ ਸੇਮ ਦੀ ਸੇਮ ਆਪਾਂ ਜਿਹੜੀ ਲਿਖਦੇ ਹੁੰਦੇ ਆ, ਤੇ ਇਹ ਵੀ ਕਲੀਅਰ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਥੀਸਿਸ ਲਾਈਨ ਦੇ ਵਿੱਚ ਆਪਾਂ ਉਹੀ ਐਸੇ ਦੇ ਵਿੱਚ ਆਪਾਂ ਪੁਆਇੰਟ ਮੈਂਸ਼ਨ ਕਰਦੇ ਹਾਂ ਜਿਹਦਾ ਬੋਡੀ 1 ਤੇ ਬੋਡੀ 2 ਸੇਮ ਹੋਵੇ। ਜਿਹਦਾ ਬੋਡੀ 1 ਤੇ ਬੋਡੀ 2 ਅਲੱਗ-ਅਲੱਗ ਹੈ ਆਪਾਂ ਪੁਆਇੰਟ ਹੀ ਨਹੀਂ ਦੱਸਦੇ ਹੈਗੇ। ਕੁਛ ਵੀ ਨਵਾਂ ਨਹੀਂ ਹੈਗਾ। ਇੰਟਰੋਡਕਸ਼ਨ 'ਚ ਕੀ ਯੂਜ਼ ਕਰਦੇ ਆਪਾਂ? ਰੀਫਰੇਜ਼ ਪਲੱਸ ਥੀਸਿਸ। ਰੀਫਰੇਜ਼ 'ਚ ਕੀ ਹੈ? ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਸਿਨੋਨਿਮ ਨਾਲ। ਥੀਸਿਸ 'ਚ ਵੀ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਮੈਂ ਐਡਵਾਂਟੇਜ ਤੇ ਡਿਸਐਡਵਾਂਟੇਜ ਦੱਸੂ ਇਹਦੇ। ਬੋਡੀ 1 'ਚ ਮੈਂ ਦੱਸ ਦੂੰਗਾ ਵੀ ਬਾਹਰੋਂ ਫੂਡ ਮੰਗਵਾਉਣ ਦੇ ਫਾਇਦੇ ਕੀ ਨੇ, ਬੋਡੀ 2 'ਚ ਮੈਂ ਦੱਸ ਦੂੰਗਾ ਨੁਕਸਾਨ ਕੀ ਨੇ। ਕਨਕਲੂਜਨ ਤੇ ਬਹੁਤ ਸੌਖੀ ਜੀ ਗੱਲ ਦੱਸਾਂ ਮੈਂ, ਜਿੱਥੇ ਤੱਕ ਮੈਨੂੰ ਫਾਇਦਾ ਲੱਗਦਾ ਹੈ ਨਾ, ਫਾਇਦਾ ਇਹ ਹੈ ਬਾਹਰੋਂ ਫੂਡ ਮੰਗਵਾਉਣ ਦਾ, ਆਪਾਂ ਨੂੰ ਹੋਰ ਕੰਟਰੀ ਦਾ ਟੇਸਟ ਪਤਾ ਲੱਗ ਜਾਂਦਾ ਹੈ ਨਾ। ਪਰ ਕਿਤੇ ਨਾ ਕਿਤੇ ਜੇ ਮੈਨੂੰ ਨੁਕਸਾਨ ਇਹ ਲੱਗਦਾ ਵੀ ਲੋਕ ਆਪਣੇ ਜਿਹੜੇ ਕਲਚਰਲ ਵੈਲਿਊ ਹੈ ਉਹਨੂੰ ਭੁੱਲ ਜਾਣਗੇ, ਆਪਦੇ ਕਲਚਰਲ ਖਾਣੇ ਨੂੰ ਭੁੱਲ ਜਾਣਗੇ। ਸਾਗ ਦੀ ਜਗ੍ਹਾ ਤੇ ਪੀਜ਼ਾ ਖਾਣ ਲੱਗ ਜਾਣਗੇ ਨਾ, ਲੋਕ ਆਪਣੀ ਕਲਚਰਲ ਵੈਲਿਊ ਨੂੰ ਖਤਮ ਕਰ ਲੈਣਗੇ। ਮੋਮੋਜ਼ ਖਾਣੇ ਆ ਜੀ, ਮੋਮੋਜ਼। ਹੁਣ ਤੁਹਾਡੇ ਕੋਲੇ ਆਪੋ ਆਪਣੇ ਪੁਆਇੰਟ ਹੋਣੇ ਚਾਹੀਦੇ ਨੇ। ਮੈਂ ਤਾਂ ਟੌਪਿਕ ਪੜ੍ਹਦੇ ਸਰ ਮੈਨੂੰ ਤਾਂ 2 ਪੁਆਇੰਟ ਸੁੱਝੇ ਮੇਰੇ ਦਿਮਾਗ 'ਚ ਵੀ ਜੇ ਤਾਂ ਬਾਹਰੋਂ ਫੂਡ ਮੰਗਵਾਇਆ ਤਾਂ ਉਹਦਾ ਫਾਇਦਾ ਇਹ ਹੈ ਕਿ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਦੇ ਫੂਡ ਦਾ ਟੇਸਟ ਘਰੇ ਬੈਠੇ ਬਿਠਾਇਆ ਨੂੰ ਹੋ ਗਿਆ। ਆ ਬਰਗਰ ਜਿਹੜੀਆਂ ਫਰੈਂਚਾਈਜ਼ੀ ਬੜੀਆਂ ਲੱਗ ਰਹੀਆਂ ਨੇਗੀਆਂ, ਆ ਪਤਾ ਨਹੀਂ ਅੱਜ ਕੱਲ੍ਹ B13 ਕੁਛ ਇੱਦਾਂ ਦੇ, ਉਹ ਜਿਵੇਂ ਨਾ ਮੈਕਡੋਨਲਡ ਹੈ, ਇਹ ਐਂ ਵੰਡ ਰਹੇ ਨੇ ਆਪਣੀਆਂ ਫਰੈਂਚਾਈਜ਼ੀ। ਤੇ ਕਹਿਣ ਦਾ ਮਤਲਬ ਡੀਅਰ ਵਨ ਇਹ ਹੈ ਕਿ ਆਪਾਂ ਨੂੰ ਇਹ ਪਤਾ ਹੋਵੇ ਕਿ ਬਾਹਰੋਂ ਫੂਡ ਮੰਗਵਾਉਣ ਦਾ ਫਾਇਦਾ। ਮੈਨੂੰ ਤਾਂ ਫਾਇਦਾ ਇਹ ਲੱਗਦਾ, ਜੇ ਮੈਂ ਪੇਪਰ ਦੇਵਾਂਗਾ ਨਾ, ਮੈਂ ਕਹੂੰਗਾ ਮੇਨ ਪੁਆਇੰਟ ਹੈ ਵੀ ਸਾਡੇ ਲੋਕਾਂ ਨੂੰ ਇਹਦਾ ਟੇਸਟ ਹੈ ਜਿਹੜਾ ਉਹ ਪਤਾ ਲੱਗ ਜਾਊਗਾ ਬਾਹਰ ਦੇ ਫੂਡ ਦਾ। ਫਿਰ ਐਕਸਪਲੇਨ 'ਚ ਮੈਂ ਪਤਾ ਕੀ ਕਰੂੰਗਾ ਵੀ ਉਹਨਾਂ ਨੂੰ ਕਿਤੇ ਟਰੂਵਲ ਕਰਨ ਦੀ ਲੋੜ ਨਹੀਂ ਹੈਗੀ, ਆਪਦੇ ਸ਼ਹਿਰ 'ਚ ਖਾਣਗੇ। ਬਾਕੀ ਦੇਖਦੇ ਹਾਂ ਮੈਂ ਕੀ ਕੁਛ ਲਿਖਿਆ। ਤੁਸੀਂ ਦੇਖੋ ਲਿਖਣ ਦਾ ਤਰੀਕਾ ਇਹ ਦੇਖਿਆ ਕਰੋ ਮੈਂ ਕਰਦਾ ਕਿਵੇਂ ਆ, ਕਿਵੇਂ ਰਾਈਟ ਡਾਊਨ ਕਰਦਾ। ਕੱਲੇ ਕਨਸੈਪਟ ਨੂੰ ਕਲੀਅਰ ਕਰੋ, 100% ਤੁਹਾਡਾ ਪੇਪਰ ਹੈ ਜਿਹੜਾ ਉਹ ਕਲੀਅਰ ਹੋ ਜਾਊਗਾ। ਫੇਥ ਰੱਖੋ, ਜੇ ਫੇਥ ਹੈ ਤਾਂ ਸਭ ਕੁਛ ਹੈ, ਜੇ ਫੇਥ ਨਹੀਂ ਹੈਗਾ ਫਿਰ ਕੁਛ ਵੀ ਨਹੀਂ ਹੈਗਾ। ਦੇਖੋ ਟੌਪਿਕ ਮੈਂ ਲਿਖਿਆ ਡੀਅਰ, ਸਭ ਤੋਂ ਪਹਿਲੀ ਚੀਜ਼ ਮੇਰੇ ਕੋਲੇ ਇੰਟਰੋਡਕਸ਼ਨ, ਇੰਨੀ ਚੀਜ਼ ਹੈ। ਮੈਨੀ ਕੰਟਰੀਜ਼ ਇੰਪੋਰਟ ਫੂਡ ਮਟੀਰੀਅਲ ਫਰੋਮ ਅਦਰ ਕੰਟਰੀਜ਼। ਮੈਂ ਲਿਖਿਆ ਇਟ ਇਜ਼ ਕੰਸੀਡਰਡ ਦੈਟ, ਦੇਖੋ ਹਰ ਰੋਜ਼ ਮੈਂ ਆਹੀ ਲਾਈਨ ਲਿਖਦਾ ਨਾ, ਇਟ ਇਜ਼ ਕੰਸੀਡਰਡ ਦੈਟ, ਮੰਨਿਆ ਜਾਂਦਾ ਹੈ। ਮੋਸਟ ਆਫ ਕੰਟਰੀਜ਼, ਉਰੇ ਮੈਨੀ ਕੰਟਰੀਜ਼ ਹੈ, ਮੈਂ ਮੋਸਟ ਆਫ ਕੰਟਰੀਜ਼ ਸਿਨੋਨਿਮ ਯੂਜ਼ ਕਰ ਲਿਆ। ਮੈਂ ਮੋਸਟ ਆਫ ਨੇਸ਼ਨਸ ਵੀ ਲਿਖ ਸਕਦਾ ਸੀ ਇੱਥੇ, ਮੇਰੀ ਚੁਆਇਸ ਹੈ। ਪ੍ਰੈਫਰ ਟੂ ਇੰਪੋਰਟ ਫੂਡ ਮਟੀਰੀਅਲ ਫਰੋਮ ਅਦਰ ਨੇਸ਼ਨਸ। ਤੁਸੀਂ ਇਹ ਦੇਖੋ ਜੋ ਇਹ ਲਿਖਿਆ ਹੈ ਤੇ ਉਹ ਇਹ ਲਿਖਿਆ, ਬੋਥ ਆਰ ਸੇਮ। ਟੌਪਿਕ ਨੂੰ ਸ਼ੁਰੂ ਕੀਤਾ ਇਟ ਇਜ਼ ਕੰਸੀਡਰਡ ਦੈਟ ਤੋਂ, ਮੈਨੀ ਕੰਟਰੀਜ਼ ਦੀ ਜਗ੍ਹਾ ਤੇ ਮੈंने ਮੋਸਟ ਆਫ ਕੰਟਰੀਜ਼ ਲਿਖ ਲਿਆ। ਪ੍ਰੈਫਰ ਕਰਦੇ ਨੇਗੇ ਇੰਪੋਰਟ ਫੂਡ ਮਟੀਰੀਅਲ ਨੂੰ, ਇੰਪੋਰਟ ਫੂਡ ਮਟੀਰੀਅਲ ਸੇਮ ਦਾ ਸੇਮ ਪਾ ਲਿਆ। ਫਰੋਮ ਅਦਰ ਉਰੇ ਕੰਟਰੀਜ਼ ਦੀ ਹੈ, ਮੈਂ ਨੇਸ਼ਨ ਪਾ ਲਿਆ। ਹਾਂ ਇਹ ਉਰੇ ਵਧੀਆ ਚੀਜ਼ ਹੈ, ਮੈਂ ਉਰੇ ਕੰਟਰੀਜ਼ ਜਾਂ ਸਮਝੇ ਨਾ ਮੇਰੀ ਗੱਲ, ਇੱਕ ਜਗ੍ਹਾ ਤੇ ਨੇਸ਼ਨ ਪਾ ਲਿਆ, ਇੱਕ ਜਗ੍ਹਾ ਤੇ ਮੈਂ ਸੇਮ ਲਿਖ ਲਿਆ। ਜੋ ਉੱਪਰ ਲਿਖਿਆ ਸੀ ਚੇਂਜ ਕਰਕੇ ਲਿਖਤਾ। ਦਿਸ ਇਜ਼ ਕਾਲਡ ਰੀਫਰੇਜ਼। ਸੈਕਿੰਡ ਨੰਬਰ ਤੇ ਕੀ ਹੈ, ਕੁਐਸਚਨ ਪੁੱਛਿਆ ਮੈਥੋਂ ਥੀਸਿਸ, ਵਾਟ ਆਰ ਦ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ। BP1 ਚ ਮੈਂ ਐਡਵਾਂਟੇਜ, BP2 ਚ ਮੈਂ ਡਿਸਐਡਵਾਂਟੇਜ। ਮੈਂ ਲਿਖਿਆ ਦਿਸ ਐਸੇ ਵਿਲ ਡਿਸਕਸ, ਜਿਹੜਾ ਐਸੇ ਹੈ ਡਿਸਕਸ ਕਰੂਗਾ ਐਡਵਾਂਟੇਜਿਸ ਅਲੋਂਗ ਵਿਦ ਡਿਸਐਡਵਾਂਟੇਜਿਸ on the notion of this notion in forthcoming paragraph। forthcoming paragraph मतलब upcoming paragraph, forthcoming paragraph, upcoming paragraph। ਜਿਹੜਾ ਇਹ ਐਸੇ ਹੈ ਇਹ ਡਿਸਕਸ ਕਰੂਗਾ ਐਡਵਾਂਟੇਜਿਸ ਵੀ along with disadvantages ਵੀ ਇਸ ਨੋਸ਼ਨ ਦੇ। forthcoming paragraph ਕੀ ਹੋਗਾ ਕਿ ਆਉਣ ਵਾਲੇ ਪੈਰਾਗ੍ਰਾਫ 'ਚ। ਥੀਸਿਸ ਲਾਈਨ 'ਚ ਕੁਛ ਮੈਂ ਦੇਖੋ ਪੁਆਇੰਟ ਮੈਂਸ਼ਨ ਨਹੀਂ ਕਰੇ,
क्योंकि BP1 अलग है तो BP2 अलग है, इस करके मैंने पॉइंट मैंशन नहीं करे। जे BP1 ते BP2 सेम होंदे ने तो मैं इत्थे पॉइंट मैंशन करदा। हुण देखो मैं कल्ले कल्ले कंसैप्ट नूं किवें लिखूंगा। मैं लिखिया सब तो पहले नंबर ते उही गल्लां 4, नंबर 1, नंबर 2, नंबर 3, नंबर 4, मेन पॉइंट, एक्सप्लेन, एग्जाम्पल ते रिजल्ट। देखो मेन पॉइंट, टू कॉमेंट्स विद मैरिट्स, पहला कनैक्टर हैगा। मैरिट्स होंदे ने फायदे, कहना मैं फायदे की गल करन दे। द प्रीडोमिनेंट होंदा इंपॉर्टेंट, प्रीडोमिनेंट वन इज people can change the taste of tongue which also indirectly boost economy of country। क्या बात है, मैंने मेन पॉइंट दिता कि नंबर 1 ते लोग अपनी जबान का टेस्ट बदल सकते हैं, टेस्ट ऑफ टंग है जिहड़ा ना वो चेंज कर सकते हैं। ते दूजी गल इकोनॉमी ऑफ द कंट्री भी होगी। इकोनॉमी की पैसा आऊगा देश च, जे समान बाहरों आया लोग खाणगे तो पैसा भी आऊगा। मैंने दो फायदे दसते, एडवांटेजेस दो दसते भी, एक तो लोगों को जुबान का टेस्ट वधिया मिलूगा ते दूजी गल की है कि उस चीज़ नाल इकोनॉमी पैसे की भी अगे बढ़ोतरी होगी। मेरा मेन पॉइंट है। हुण मैं इस गल नूं एक्सप्लेन करदा भी मैं कहना की चाहुंदा। कनैक्टर यूज किया दूजे नंबर ते, इन अदर वर्ड्स when nations import food from other ones then it influences masses to taste cuisines which helps to creep income level in the form of tax। very good, बिल्कुल कहंदा ਜਦੋਂ ਨੇਸ਼ਨ ਹੈ ਬਾਹਰੋਂ ਫੂਡ ਮੰਗਵਾਉਗੀ ਲੋਕ ਤਾਂ ਅਟਰੈਕਟ ਹੋਣਗੇ ਤਾਂ ਇਹਦੇ ਨਾਲ ਕੀ ਹੋਗਾ, ਨਵੇਂ ਕੁਜ਼ੀਨ ਦਾ ਉਹ ਟੇਸਟ ਕਰਨਗੇ ਤੇ ਫਿਰ ਉਹ ਉਹਨਾਂ ਦੇ ਅੰਦਰ ਨਾ ਇੱਕ ਮਤਲਬ ਹੈਲਪ ਕਰੂਗੀ ਕਰੀਪ ਇਨਕਮ, ਕਿ ਉਹਨਾਂ ਤੋਂ ਪੈਸੇ ਖਿੱਚਣਗੇ ਟੈਕਸ ਦੇ ਰੂਪ 'ਚ। ਤੁਸੀਂ ਇਹ ਦੇਖੋ ਕਿ ਬਾਹਰਲੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਲੋਕ ਛੇਤੀ ਖਾਣਾ ਪਸੰਦ ਕਰਦੇ ਆ। ਡੋਮਿਨੋ ਦਾ ਪੀਜ਼ਾ ਹੋ ਗਿਆ ਹੈ ਨਾ, ਮੈਕਡੋਨਲਡ ਹੋ ਗਿਆ, ਇਹ ਬ੍ਰਾਂਡ ਨੇ, ਬਾਹਰ ਦੇ ਬ੍ਰਾਂਡ ਨੇ, ਹੈ ਨਾ। ਆਪਾਂ ਨੂੰ ਟੇਸਟ ਇੱਕ ਗੱਲ ਹੋ ਰਿਹਾ, सबवे तुसी चाहे पातड़ा खाओ, पटियाले खाओ, बठिंडे खाओ, लुधियाने खाओ, टेस्ट सेम होगा, टेस्ट 'ਚ फर्क नहीं हैगा। कहने का मतलब फर्क पता क्यों नहीं हैगा, क्योंकि उन्होंने फ्रेंचाइजी चलाइया हुई ने ना, क्वालिटी सेम है। तो जे लोग टेस्ट करनगे नाले तो उन्होंने जुबान का टेस्ट बदलूगा, नाले सरकार नूं टैक्स भी तो आऊगा। उस्ताद जी टैक्स भी तो आऊगा ना, जो आप कोई भी चीज़ खरीदते हैं ना, तुहानूं पता ना टैक्स पे करते हैं, आप वी आर टैक्स पेयर्स। एग्जाम्पल दिने फायदे छोर की चीज़ है। एग्जाम्पल के लिए कनैक्टर यूज किया मैंने, फॉर इंस्टेंस अ सर्वे वॉज कंडक्टेड बाय नेशनल सैंपल सर्वे ऑर्गेनाइजेशन फाउंड दैट इन इंडिया इंडिविजुअल स्पेंड 33% ऑफ देयर इनकम टू ईट डिफरेंट पॉपुलर इंपोर्टेड फूड्स विच असिस्ट टू बूस्ट कंट्रीज इकोनॉमी। एक सर्वे च पता लग्या कि इंडिया के लोग अपनी कमाई का 33% हिस्सा तो खाण पीण ते उड़ा दिंदे ने, जिहदे नाल उन्हां दे देश की इकोनॉमी है जिहड़ी वो वधदी है। जिहड़े स्ट्रीट फूड खांदे ने ना, उन्हां नूं पता है स्वाद दा, समझ गए ना। मतलब वीरे आ चटनी पा दे, सतरंगी गोलगप्पे खवा दे, है ना, इंज करके पानी खवा दे, पापड़ी दे दे, है ना, बड़ा कुछ तुसीं करदे होंगे, चोज करदे होंगे ना। तो कहने का मतलब की हैगा कि अरे अद्धियां दा मूँह 'ਚ पानी आया होया, गगन का मूँह देखो, ओहो वेरी गुड है। तो कहने का मतलब की हैगा कि आपां नूं इह पता होवे कि बाहरला जिहड़ा फूड इंपोर्ट होगा अपने कोले आऊगा, तो उहदा सब तो वड्डा फायदा अपने देश नूं होगा ही होगा, क्योंकि देश 'ਚ फूड आऊगा तो लोग खाणगे, जे लोग खाणगे तो उहदा टैक्स है, टैक्स सरकार कोले जाऊगा। अगे मैनूं पता नहीं सरकार की करूगी ना करूगी, पर उरे तक मैनूं पता है। इहदा रिजल्ट की निकलूगा, इहदा रिजल्ट निकल जाएगा हैंस it is good to trade food due to benefits either to people or country। कहता ਇਹਦਾ ਜਿਹੜਾ ਨਿਚੋੜ ਨਿਕਲਦਾ ਨਾ, ਤਾਂ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਕਿ ਲੋਕਾਂ ਨੂੰ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੋਊਗਾ, ਨਾਲੇ ਉਹਨਾਂ ਦੇ ਜ਼ਬਾਨ ਨੂੰ ਟੇਸਟ ਮਿਲ ਗਿਆ, ਨਾਲੇ ਕੰਟਰੀ ਦਾ ਲੈਵਲ ਹੈ ਜਿਹੜਾ ਉਹ ਵੀ, ਇਕਨੋਮੀ ਲੈਵਲ ਹੈ ਉਹ ਵੀ ਵੱਧ ਗਿਆ। ਮਤਲਬ ਦੋਨੇ ਗਰੋ ਕਰਨਗੇ, ਲੋਕਾਂ ਨੂੰ ਉਹਨਾਂ ਦੀ ਜੀਭ ਦਾ ਸਵਾਦ ਮਿਲ ਗਿਆ, ਇਹ ਫਾਇਦਾ ਹੈ, देश नूं उहदा टैक्स मिल गया, ये फायदा है। दोनों आंसर क्लीयर। ये हो गया एडवांटेज। बारी आ गई डिसएडवांटेज की। अपने ये दसे ना, आप टू कमेंट्स विद मैरिट्स, फायदे, डीमैरिट देखते हैं, नुकसान।
further shifting towards demerits. मैं शिफ्ट कर रहा demerits वाल. Imported food material lower the worth of a traditional food of country. मतलब ਜਿਹੜਾ ਫੂਡ ਬਾਹਰੋਂ ਆਊਗਾ ਉਹ ਸਾਡੇ ਲੋਕਲ ਫੂਡ ਦੀ ਤਾਂ ਵੈਲਿਊ ਹੀ ਘਟਾ ਦੂਗਾ. ਲੋਕਾਂ ਨੂੰ ਹੋਊਗਾ ਰੋਜ਼ ਨਵਾਂ ਖਾਓ, ਰੋਜ਼ ਨਵਾਂ ਖਾਓ, ਰੋਜ਼ ਨਵਾਂ ਖਾਓ. ਸਾਡਾ ਸਰੋਂ ਦਾ ਸਾਗ ਤੇ ਕੱਦੂ ਕਿੱਥੇ ਜਾਊਗਾ? ਲੋਕ ਤਾਂ ਜਾ ਕੇ ਲੰਚ ਦਾ ਆਰਡਰ ਨਹੀਂ ਦਿੰਦੇ ਵੀ ਮਲਾਈ ਕੋਫਤਾ, ਦਾਲ ਮੱਖਣੀ, ਸੈਲਡ, ਪਿਕਲ, ਬਟਰ ਨਾਨ, ਵਾਓ, ਹੈ ਨਾ. ਮਤਲਬ ਕਹਿਣ ਦਾ ਇਹ ਹੈ ਕਿ ਜਿਹੜਾ ਟ੍ਰੈਡੀਸ਼ਨਲ ਫੂਡ ਹੈ ਉਹਦੀ ਵੈਲਿਊ ਖਤਮ ਹੋ ਜੂਗੀ ਜੇ ਬਾਹਰੋਂ ਹੀ ਸਮਾਨ ਆਈ ਗਿਆ. ਜੇ ਬਾਹਰੋਂ ਹੀ ਸਮਾਨ ਆਈ ਗਿਆ ਤਾਂ ਜਿਹੜਾ ਸਾਡਾ ਲੋਕਲ ਫੂਡ ਹੈ, ਸਾਡੇ ਪੰਜਾਬ ਦਾ ਫੂਡ ਹੈ ਜਾਂ ਕਿਤੋਂ ਦਾ ਫੂਡ ਹੈ, ਉਹਦੀ ਵੈਲਿਊ ਖਤਮ ਹੋ ਜੂਗੀ. ਚਲੋ ਆਪਾਂ ਦਿੰਦੇ ਹਾਂ, ਇਹਨੂੰ ਐਕਸਪਲੇਨ ਕਰਦੇ ਹਾਂ. ਟੂ ਐਕਸਪਲੀਕੇਟ ਇਟ, ਕਿਵੇਂ ਕਹਿਣਾ ਚਾਹੁੰਦਾ ਮੈਂ. ਡਿਊ ਟੂ ਦਾ ਪੋਪੂਲੈਰਿਟੀ ਆਫ ਫੋਰਨ ਫੂਡ, ਜਦੋਂ ਫੋਰਨ ਫੂਡ ਦੀ ਪੋਪੂਲੈਰਿਟੀ ਜ਼ਿਆਦਾ ਹੋ ਗਈ, ਪੀਪਲ ਡੂ ਨਾਟ ਗਿਵ ਪ੍ਰੈਫਰੈਂਸ ਟੂ ਈਟ ਦੇਅਰ ਕਲਚਰਲ ਫੂਡ, ਫਿਰ ਉਹ ਵੈਲਿਊ ਨਹੀਂ ਦਿੰਦੇ ਆਪਣੇ ਕਲਚਰਲ ਫੂਡ ਦੀ, ਵਿਚ ਨਾਟ ਓਨਲੀ ਅਫੈਕਟਸ ਦਾ ਇੰਪੋਰਟੈਂਸ ਆਫ ਕਲਚਰ, ਇਹਦੇ ਨਾਲ ਇਕੱਲੇ ਕਲਚਰ ਨੂੰ ਨਹੀਂ ਫਰਕ ਪੈਂਦਾ, ਬਟ ਆਲਸੋ ਡਿਪਰਾਈਵ ਪੀਪਲ ਫਰੋਮ ਇਟਸ ਨੌਲੇਜ, ਤੇ ਲੋਕ ਤਾਂ ਆਪਣੇ ਕਲਚਰ ਦੀ ਨੌਲੇਜ ਤੋਂ ਵਾਂਝੇ ਰਹਿ ਜਾਣਗੇ. ਡਿਪਰਾਈਵ ਹੁੰਦਾ ਹੈ ਕਿਸੇ ਚੀਜ਼ ਤੋਂ ਵਾਂਝੇ ਰਹਿਣਾ. ਕਿਹੜੇ ਕਿਹੜੇ ਬੰਦੇ ਨੇ ਤੁਹਾਡੇ ਚੋਂ ਸਰਦੀਆਂ ਦੇ ਵਿੱਚ ਚੁੱਲ੍ਹੇ ਤੇ ਮੱਕੀ ਦੀ ਰੋਟੀ ਖਾਧੀ ਆ ਆਪਦੇ ਬੇਬੇ ਬਾਪੂ ਕੋਲ ਬਹਿ ਕੇ? ਜਵੇਂ ਹੈਗੇ ਨੇ, ਮਤਲਬ ਸਾਰੇ ਨੇ ਲਗਭਗ, ਹੈ ਨਾ. ਮੱਖਣ ਪਾ ਕੇ ਮੱਕੀ ਦੀ ਰੋਟੀ, ਗਰਮ ਗਰਮ ਸਾਗ, ਘਿਓ ਪਾ ਕੇ ਪੂਰਾ, ਨਾਲ ਲੱਸੀ, ਠੰਡ ਪੈ ਰਹੀ ਹੋਵੇ, ਨਾਲ ਸੇਕ ਰਹੇ ਹੋਈਏ ਚੁੱਲ੍ਹਾ, ਵੀ ਸਰ ਆ ਡਿਸ਼ ਮੰਗਾ ਲਓ, ਬਾਅਦ ਚੋਂ ਪੜਾਂਗੇ ਬਾਕੀ ਹੈ. ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਨਵੇਂ ਨਵੇਂ ਬਾਹਰ ਦੇ ਫੂਡ ਇੰਪੋਰਟ ਹੋਏ ਗਏ ਤਾਂ ਇਹ ਵੈਲਿਊ ਖਤਮ ਹੋ ਜੂਗੀ. ਨਵੀਂ ਪਨੀਰੀ ਨੂੰ ਤਾਂ ਪਤਾ ਹੀ ਨਹੀਂ ਹੋਊਗਾ ਕੁਛ. ਮੰਨਦੇ ਹੋ ਨਾ ਇਹ ਗੱਲ? ਉਹਨਾਂ ਨੂੰ ਤਾਂ ਇਹ ਪਤਾ ਮਲਾਈ ਕੋਫਤਾ, ਮਤਲਬ ਆਹ ਨਵੀਆਂ ਨਵੀਆਂ ਜਿਹੜੀਆਂ ਆਪਾਂ ਪੀਜ਼ਾ, ਬਰਗਰ, ਬਸ ਹੋਰ ਕੁਛ ਨਹੀਂ. ਬਰਗਰ ਵਾਲਿਆਂ ਤੋਂ ਪੈਕ ਕਰਾ ਲਿਆ ਜੀ, ਘਰੇ ਲਿਆਏ ਜੀ, ਖਾ ਲਿਆ ਜੀ, ਮੋਟੇ ਹੋ ਗਏ ਜੀ. ਫਿਰ ਨਾ ਤੁਹਾਡੇ ਬਰਗਰ ਆ ਢਿੱਡ ਦੇ ਸਾਈਡਾਂ ਤੋਂ ਨਿਕਲਦੇ ਨੇਗੇ, ਤੁਹਾਨੂੰ ਪਤਾ ਨਾ, ਫਿਰ ਲੇਅਰਾਂ ਬਣ ਜਾਂਦੀਆਂ ਇਹਦੀਆਂ. ਚਲੋ ਐਗਜ਼ਾਮਪਲ ਦਿੰਦੇ ਇਹਦੇ ਡਿਸਐਡਵਾਂਟੇਜ ਦੀ. ਟੂ ਸਾਈਟ ਐਨ ਐਗਜ਼ਾਮਪਲ, ਆ ਹੈਡਲਾਈਨ ਆਫ BBC, ਬ੍ਰਿਟਿਸ਼ Broadcasting Corporation, ਕਿਸੇ ਨੇ revealed that since the foreign food get imported to other countries, it lessen the worth of religious food. Religious ਵੀ local food ਹੀ ਹੁੰਦਾ ਹੈ, ਤੇ lessen LESSEN ਘਟਾਉਣਾ. ਕਹਿੰਦਾ BBC ਨੇ ਕਿਹਾ ਜਦੋਂ ਦਾ ਬਾਹਰਲਾ ਫੂਡ ਇੰਪੋਰਟ ਹੋਣ ਲੱਗ ਗਿਆ, ਉਦੋਂ ਦੀ ਉੱਥੋਂ ਦੇ ਫੂਡ ਦੀ ਜਿਹੜੀ ਵੈਲਿਊ ਹੈ ਉਹ ਖਤਮ ਹੋ ਗਈ. ਇਹਦਾ ਆਪਣਾ ਦੇਖਿਆ ਰਿਜ਼ਲਟ ਕੀ ਨਿਕਲਦਾ. ਐਜ਼ ਅ ਰਿਜ਼ਲਟ ਦ ਪੀਪਲ ਆਫ ਰਿਸੀਵਿੰਗ ਕੰਟਰੀ, ਜਿਹੜੇ ਰਿਸੀਵਿੰਗ ਕੰਟਰੀ ਜਿਹੜੇ ਲੈਂਦੇ ਨੇ, ਮੇ ਡਿਵੈਲਪ ਡਿਟੈਚਮੈਂਟ ਦੇਅਰ ਟ੍ਰੈਡੀਸ਼ਨਲ ਐਂਡ ਕਲਚਰਲ ਫੂਡ ਆਈਟਮ. ਤਾਂ ਜਿਹੜੀ ਕੰਟਰੀ ਹੈ ਨਾ ਉਹਦੀ ਅਟੈਚਮੈਂਟ ਘੱਟ ਜੂਗੀ. ਡਿਟੈਚਮੈਂਟ ਵਰਡ ਯੂਜ਼ ਲਿਖਿਆ ਨਾ, ਤਾਂ ਇਹਦਾ ਮਤਲਬ ਹੁੰਦਾ ਕਿ ਉਹਦੀ ਅਟੈਚਮੈਂਟ ਘੱਟ ਜੂਗੀ ਆਪਦੇ ਫੂਡ ਨਾਲ. ਆਪਦੇ ਫੂਡ ਨੂੰ ਵੈਲਿਊ ਨਹੀਂ ਦਿੰਦੇ. ਆਪਦੇ ਫੂਡ ਨੂੰ ਵੈਲਿਊ ਨਹੀਂ ਦੇਣ ਦਾ ਮਤਲਬ ਕੀ ਹੋਊਗਾ? ਕਿਉਂਕਿ ਉਹਨਾਂ ਨੂੰ ਪਤਾ ਹੋਊਗਾ ਨਾ ਬਾਹਰੋਂ ਫੂਡ ਆਊਗਾ ਉਹ ਖਾਵਾਂਗੇ, ਆਪਾਂ ਤਾਂ ਆਪਣਾ ਲੋਕਲ ਖਾਂਦੇ ਨਹੀਂ ਹੈਗੇ. ਇੱਕ 'ਚ ਆਪਾਂ ਨੇ ਫਾਇਦਾ ਕੀ ਦੱਸਿਆ ਵੀ ਬਾਹਰਲਾ ਫੂਡ ਮੰਗਾਓਗੇ, ਲੋਕਾਂ ਦੀ ਜੀਭ ਨੂੰ ਟੇਸਟ ਹੋਊਗਾ ਜੀ ਬਹੁਤ ਵਧੀਆ, ਨਾਲੇ ਦੇਸ਼ ਨੂੰ ਪੈਸਾ ਆਊਗਾ. ਨੁਕਸਾਨ ਜੇ ਬਾਹਰਲਾ ਖਾਈ ਜਾਵਾਂਗੇ ਫਿਰ ਆਪਦੇ ਦਾ ਕੀ ਕਰਾਂਗੇ? ਮੈਂ ਯਕੀਨ ਕਰੋ ਖੇਤ ਗਿਆ, ਗਾਜਰਾਂ ਪੱਟਣ ਲੱਗਿਆ, ਗਾਜਰਾਂ ਪਤਾ ਹੀ, ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਧਰਤੀ ਦੇ ਵਿੱਚ ਉੱਗਦੀਆਂ ਨੇ. ਮੈਂ ਬਾਏ ਗॉड ਜਦੋਂ ਮੈਂ ਖਿੱਚਣ ਲੱਗਿਆ ਕਰਾਂ ਨਾ ਉਹ ਟੁੱਟ ਜਾ ਕਰੇ ਥੋੜ੍ਹੀ ਜਿਹੀ, ਫੇਰ ਖਿੱਚਿਆ ਕਰਾਂ ਫੇਰ ਟੁੱਟ ਜਾ ਕਰੇ. ਉਸ ਦਿਨ ਮੇਰੀ ਇੰਨੀ ਮਿਹਨਤ ਹੋਈ ਨਾ, ਤੇ ਥੋੜ੍ਹੀਆਂ ਜਿਹੀਆਂ ਗਾਜਰਾਂ ਨਿਕਲੀਆਂ, ਤੇ ਮੈਂ ਆਹ ਸੋਚ ਕੇ ਘਰੇ ਵੜਿਆ
ਕਿ ਅੱਗੇ ਤੋਂ ਜਦੋਂ ਗਾਜਰਾਂ ਖਾਣੀਆਂ ਨੇ ਨਾ, ਨਗੋਚਾ ਨਹੀਂ ਕਰਨੀਆਂ, ਕਿਉਂਕਿ ਪੱਟੀਆਂ ਹੀ ਬਹੁਤ ਔਖੀਆਂ ਜਾਂਦੀਆਂ ਨੇ। ਇਹ ਤਾਂ ਵੇਲੇ ਜਿਹਨੂੰ ਬਿਠਾਏ ਨੂੰ, ਵੇਲੇ ਬੈਠੇ ਬਿਠਾਏ ਨੂੰ ਮਿਲਦੀ ਹੈ ਨਾ, ਉਹਨੂੰ ਪਤਾ ਨਹੀਂ ਹੁੰਦਾ ਵੈਲਿਊ। ਇਹ ਤਾਂ ਫਿਰ ਜਿਹੜਾ ਬੰਦਾ ਤੋੜ ਕੇ ਲਿਆਉਂਦਾ, ਬਣਾਉਂਦਾ, ਖਾਉਂਦਾ ਨਾ, ਉਹਨੂੰ ਵੈਲਿਊ ਪਤਾ ਲੱਗ ਜਾਂਦੀ ਉਹ ਚੀਜ਼ ਦੀ। ਤਾਂ ਡੈਫੀਨੇਟਲੀ ਜੇ ਕਲਚਰਲ ਚੀਜ਼ਾਂ ਨੇ ਤਾਂ ਉਹਨੂੰ ਖੋਣੀਆਂ ਨਹੀਂ ਚਾਹੀਦੀਆਂ ਆਪਾਂ ਨੂੰ। ਕਨਕਲੂਜਨ ਦੇ ਵਿੱਚ ਆਪਾਂ ਇੱਕ ਐਡਵਾਂਟੇਜ ਦੀ ਉਹੀ ਗੱਲ ਵੀ ਐਡਵਾਂਟੇਜ ਕੀ ਹੋਗਾ, ਲੋਕਾਂ ਦੀ ਜ਼ਬਾਨ ਨੂੰ ਟੇਸਟ ਹੋ ਗਿਆ ਜੀ, ਪੈਸਾ ਹੋ ਗਿਆ। ਡਿਸਐਡਵਾਂਟੇਜ ਕੀ ਹੋ ਗਿਆ, ਆਪਦਾ ਕਲਚਰ ਖਤਮ ਕਰ ਲਾਂਗੇ ਜੀ, ਬਾਹਰਲਿਆਂ ਨੂੰ ਆਪਾਂ ਸ਼ੌਂਕ ਪੂਰੇ ਕਰਦੇ ਕਰਦੇ। ਕੁਛ ਵੀ ਨਹੀਂ ਨਵੀਂ ਚੀਜ਼। ਦੇਖੋ ਮੈਂ ਲਿਖਿਆ ਇਨ ਕਨਕਲੂਜਨ, ਭਾਵੇਂ although overseas food offers a chance to get great range of variety, ਭਾਵੇਂ ਜਿਹੜਾ ਓਵਰਸੀ ਫੂਡ ਹੈ, ਫੋਰਨ ਫੂਡ ਹੈ, ਉਹ ਆਫਰ ਕਰਦਾ ਹੈ, ਚਾਂਸ ਦਿੰਦਾ ਸਾਨੂੰ, ਗ੍ਰੇਟ ਰੇਂਜ ਆਫ ਵੈਰਾਈਟੀ ਮਿਲਦੀ ਹੈ, ਐਜ਼ ਵੈਲ ਐਜ਼ ਅਸਿਸਟ ਟੂ ਇਨਕਲਾਈਨ ਇਕੋਨਮੀ ਲੈਵਲ। ਨਾਲ ਨਾਲ ਭਾਵੇਂ ਸਾਡਾ ਇਕੋਨਮੀ ਲੈਵਲ ਵੀ ਉੱਚਾ ਹੁੰਦਾ ਹੈਗਾ, ਆਪਾਂ BP1 ਚ ਆਹੀ ਗੱਲਾਂ ਕਰੀਆਂ ਸੀ ਨਾ, ਪੈਸਾ ਵੀ ਆਉਂਦਾ ਹੈ, ਇਕੋਨਮੀ ਲੈਵਲ ਹੁੰਦਾ ਹੈ, ਜ਼ਬਾਨ ਦਾ ਟੇਸਟ ਵੀ ਬਦਲਦਾ, ਗ੍ਰੇਟ ਰੇਂਜ ਆਫ ਵੈਰਾਈਟੀ ਮਿਲਦੀ ਹੈ। ਯੈਟ although ਲਿਖ ਕੇ ਮੈਨੇ ਫਾਇਦਾ ਦੱਸਤਾ, ਯੈਟ ਲਿਖ ਕੇ ਮੈਂ ਨੁਕਸਾਨ ਦੱਸੂਗਾ। ਇਟ ਆਲਸੋ ਰਿਡਿਊਸ ਦਾ ਵੈਲਿਊ ਆਫ ਕੰਟਰੀਜ਼ ਔਨ ਫੂਡ, ਤਾਂ ਇਹ ਕੰਟਰੀ ਦੇ ਔਨ ਫੂਡ ਦੀ ਜਿਹੜੀ ਵੈਲਿਊ ਹੈ ਉਹਨੂੰ ਖਤਮ ਕਰ ਦੂਗਾ। ਇੰਟਰੋਡਕਸ਼ਨ ਲਿਖੀ, ਰੀਫਰੇਜ਼ ਕਰਿਆ ਤੇ ਥੀਸਿਸ ਕਰਿਆ। ਬੋਡੀ ਪੈਰਾਗ੍ਰਾਫ 1 ਚ ਐਡਵਾਂਟੇਜ, ਬੋਡੀ 2 ਚ ਡਿਸਐਡਵਾਂਟੇਜ, ਤੇ ਬੜੇ ਤਰੀਕੇ ਦੇ ਨਾਲ ਕੀ ਸੀਗਾ, ਟੂ ਕਮੈਂਟਸ ਵਿਦ ਮੈਰਿਟਸ ਸ਼ੁਰੂ ਕਰਿਆ, ਇਨ ਅਦਰ ਵਰਡ ਤੋਂ ਐਕਸਪਲੇਨ ਕਰਿਆ। ਮੈਂ ਓਵਰਆਲ ਦੇ ਦੇਣਾ ਤੁਹਾਨੂੰ। ਦੇਖੋ 4 ਕਨੈਕਟਰ ਮੈਨੇ ਇਹ ਚਲਾਏ, ਸਭ ਤੋਂ ਤਰੀਕੇ ਨਾਲ ਸਮਝਾਵਾਂ ਜੇ ਮੈਂ। ਪਹਿਲਾ ਕਨੈਕਟਰ ਯੂਜ਼ ਕੀਤਾ ਟੂ ਕਮੈਂਟਸ ਵਿਦ ਮੈਰਿਟਸ, ਮੈਂ ਮੇਨ ਪੁਆਇੰਟ ਦਿੱਤਾ। ਇਨ ਅਦਰ ਵਰਡਸ ਐਕਸਪਲੇਨ ਕੀਤਾ, ਫॉर ਇੰਸਟੈਂਸ ਐਗਜ਼ਾਮਪਲ ਦਿੱਤੀ, ਤੇ ਹੈਂਸ ਰਿਜ਼ਲਟ ਕੱਢਿਆ 1 2 3 4। ਮੈਂ ਇਹ 4 ਗੱਲਾਂ ਡੀਮੈਰਿਟਸ ਵੀ ਲਿਖੀਆਂ, ਪਰ ਉਹ ਚ ਕਨੈਕਟਰ ਸਾਰੇ ਬਦਲਤੇ ਮੈਨੇ। ਫਰਦਰ ਸ਼ਿਫਟਿੰਗ ਟਵਾਰਡਸ ਡੀਮੈਰਿਟਸ, ਪਹਿਲਾ ਕਨੈਕਟਰ। ਟੂ ਐਕਸਪਲੀਕੇਟ, ਦੂਜਾ ਕਨੈਕਟਰ। ਟੂ ਸਾਈਟ ਐਨ ਐਗਜ਼ਾਮਪਲ, ਤੀਜਾ ਕਨੈਕਟਰ। ਐਜ਼ ਅ ਰਿਜ਼ਲਟ, ਚੌਥਾ ਕਨੈਕਟਰ। 4 ਗੱਲਾਂ ਮੈਨੇ 1 2 3 4। ਕਨਕਲੂਜਨ ਦੇ ਵਿੱਚ ਮੈਂ although ਤੇ yet ਨਾਲ ਯੂਜ਼ ਕੀਤਾ ਇਹਨੂੰ। ਇਨ ਕਨਕਲੂਜਨ ਲਿਖਿਆ, although ਲਿਖਿਆ, BP1 ਚ ਜਿੰਨਾ ਲਿਖਣਾ ਸੀ ਮੈਨੇ ਉਹ ਸਾਰਾ ਦੱਸਤਾ, BP1 ਦੀ ਆਹ ਗੱਲ ਸੀ। yet ਵਰਡ ਯੂਜ਼ ਕੀਤਾ, BP2 ਦੀ ਗੱਲ ਦੱਸਤੀ। ਦੈਟਸ ਇਟ, ਕੰਪਲੀਟ ਐਸੇ। ਇਸ ਤੋਂ ਤਰੀਕੇ ਨਾਲ ਐਸੇ ਕਦੇ ਕਲੀਅਰ ਨਹੀਂ ਹੁੰਦਾ ਹੈਗਾ। ਦਿਸ ਇਜ਼ ਦਾ ਬੈਸਟ ਵੇ ਯੂ ਪੀਪਲ ਕੈਨ ਕਰੈਕ ਇਨ ਯੂਰ ਐਗਜ਼ਾਮ।